ਜਿਵੇਂ ਆਪ ਸਭ ਜਾਣਦੇ ਹੋ ਕਿ 13 ਅਪ੍ਰੈਲ ਨੂੰ ਵਿਸਾਖੀ ਹੈ ਤੇ ਇਸੇ ਹੀ ਦਿਨ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ। ਆਪ ਸਭ ਨੂੰ ਵਿਸਾਖੀ ਦੀਆਂ ਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਖੁਸ਼ੀ ਵਿੱਚ ਵੈਨਕੂਵਰ ਵਿਖੇ 13 ਅਪ੍ਰੈਲ ਨੂੰ ਅਤੇ ਸਰੀ ਵਿਖੇ 20 ਅਪ੍ਰੈਲ ਨੂੰ ਨਗਰ ਕੀਰਤਨ ਸਜਾਏ ਜਾ ਰਹੇ ਹਨ। ਆਪ ਸਭ ਇਹਨਾਂ ਨਗਰ ਕੀਰਤਨਾਂ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜਿਵੇਂ ਵਿਸਾਖੀ ਸਾਡਾ ਸੱਭਿਆਚਾਰਕ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਸਦੀਆਂ ਤੋਂ ਮਨਾਇਆ ਜਾਂਦਾ ਆ ਰਿਹਾ ਹੈ ਅਤੇ ਇਸੇ ਹੀ ਦਿਨ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 5 ਪਿਆਰਿਆਂ ਦੀ ਚੋਣ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਇਸੇ ਹੀ ਦਿਨ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ। ਇਸ ਖੂਨੀ ਸਾਕੇ ਨੂੰ ਵਾਪਰਿਆਂ 94 ਸਾਲ ਹੋ ਚੱਲੇ ਹਨ, ਪਰ ਹਜੇ ਤੱਕ ਬ੍ਰਿਟਿਸ਼ ਦੀ ਸਰਕਾਰ ਵੱਲੋਂ ਇਸ ਲਈ ਮਾਫੀ ਨਹੀਂ ਮੰਗੀ ਗਈ। ਮਹਿਕ ਪੰਜਾਬੀ ਪ੍ਰੋਗਰਾਮ ਦੇ ਵੱਲੋਂ ਇੱਕ ਵੈਬਸਾਈਟ ਤਿਆਰ ਕੀਤੀ ਗਈ ਹੈ www.jallianwalabag.ca। ਇਹ ਇੱਕ ਆਨਲਾਈਨ ਪਟੀਸ਼ਨ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਬ੍ਰਿਟਿਸ਼ ਦੀ ਸਰਕਾਰ ਨੂੰ ਪਾਰਲੀਮੈਂਟ ਵਿੱਚ ਜਲਿਆਂਵਾਲੇ ਬਾਗ ਦੇ ਇਸ ਖੂਨੀ ਸਾਕੇ ਲਈ ਮਾਫੀ ਮੰਗਣੀ ਚਾਹੀਦੀ ਹੈ। ਇਸ ਸਭ ਦੀ ਜਾਣਕਾਰੀ ਦੇਣ ਲਈ ਅੱਜ ਸਟੂਡੀਓ ਵਿੱਚ ਪਹੁੰਚੇ ਹਨ ਕਮਲਜੀਤ ਸਿੰਘ ਥਿੰਦ, ਸ਼ਹਿਜ਼ਾਦ ਨਾਜ਼ਿਰ ਖਾਨ ਅਤੇ ਗੁਰਪ੍ਰੀਤ ਸਿੰਘ। ਆਓ ਸੁਣਦੇ ਇਹਨਾਂ ਦੀ ਇਹ ਗੱਲਬਾਤ। ਪ੍ਰੋਗਰਾਮ ਮਹਿਕ ਪੰਜਾਬ ਦੀ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਦੇ ਇਸ ਨਵੇਂ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਵਿਸਾਖੀ ਦੇ ਬਾਰੇ ਵਿੱਚ, ਖਾਲਸਾ ਪੰਥ ਦਾ ਜਿਹੜਾ ਜਨਮ ਦਿਨ ਹੋ ਰਿਹਾ ਉਹਦੇ ਬਾਰੇ ਦੇ ਵਿੱਚ, ਔਰ ਸਾਡੇ ਪ੍ਰੋਗਰਾਮ ਦੇ ਵੱਲੋਂ, ਸਾਡੀ ਮੈਨੇਜਮੈਂਟ ਦੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਖਾਲਸਾ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਦੋਸਤੋ, ਅੱਜ ਦਾ ਪ੍ਰੋਗਰਾਮ ਅਸੀਂ ਵਿਸਾਖੀ ਦੇ ਇਸ ਤਿਉਹਾਰ ਦੇ ਮੁੱਖ ਰੱਖਾਂਗੇ। ਇਹਦੇ ਪਰਟੀਕੂਲਰ ਗੱਲ ਕਰਾਂਗੇ ਖਾਲਸੇ ਦਾ ਜਿੱਥੇ ਜਨਮ ਦਿਨ ਹੋਇਆ ਵਿਸਾਖੀ ਦੇ ਇਸ ਤਿਉਹਾਰ ਦੇ ਨਾਲ। ਵਿਸਾਖੀ ਦਾ ਤਿਉਹਾਰ ਵੈਸੇ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਸੱਭਿਆਚਾਰਕ ਔਰ ਧਾਰਮਿਕ ਇੱਕ ਰੈਫਰੈਂਸ ਰੱਖਦਾ ਹੈ, ਇਸੇ ਤਰ੍ਹਾਂ ਇਸ ਤਿਉਹਾਰ ਦੇ ਨਾਲ, ਇਸ ਦਿਨ ਦੇ ਨਾਲ ਇੱਕ ਬਹੁਤ ਖੂਨੀ ਘਟਨਾ ਜਿਹੜੀ ਹੈ ਉਹ ਵੀ ਜੁੜੀ ਹੈ। ਸੰਨ 1919 ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਇੱਕ ਬਹੁਤ ਦੁਖਦਾਇਕ ਘਟਨਾ ਵਾਪਰੀ ਸੀ, ਜਿਹਦੇ ਵਿੱਚ ਉਸ ਵੇਲੇ ਦੇ ਰਿਕਾਰਡ ਦੇ ਮੁਤਾਬਿਕ, ਸਰਕਾਰੀ ਰਿਕਾਰਡ ਦੇ ਮੁਤਾਬਿਕ ਸੈਂਕੜਾ ਔਰ ਐਕਚੁਅਲ ਜਿਹੜੇ ਸ਼ੁਮਾਰ ਹੋਇਆ ਸੀ ਉਹਦੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨਾਂ ਗਈਆਂ ਸਨ। ਔਰ ਉਹਦੇ ਵਿੱਚ ਸਿੱਖ, ਹਿੰਦੂ, ਕ੍ਰਿਸਚਨ, ਈਸਾਈ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਸਨ, ਜਿਹੜੇ ਆਪਣੇ ਹੱਕਾਂ ਦੇ ਵਾਸਤੇ ਉਸ ਜਗ੍ਹਾ 'ਤੇ ਇਕੱਠੇ ਹੋਏ ਸਨ। ਅਤੇ ਇੰਡੀਅਨ ਸਰਕਾਰ ਨੇ, ਉਸ ਵੇਲੇ ਦੀ ਜਿਹੜੀ ਬ੍ਰਿਟਿਸ਼ ਸਰਕਾਰ ਸੀ, ਉਹਨਾਂ ਨੇ ਉਹਨਾਂ ਨਿਹੱਥੇ ਲੋਕਾਂ ਦੇ ਉੱਤੇ ਇੱਕ ਬਗੈਰ ਇੰਟੀਮੇਟ ਕੀਤਿਆਂ ਉਹਨਾਂ ਦੇ ਉੱਤੇ ਵਾਰ ਕੀਤਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਸ ਗੱਲ ਨੂੰ ਡਿਸਕਸ ਕਰਾਂਗੇ। ਔਰ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਮੇਜ਼ਬਾਨ ਦੀ ਕੁਰਸੀ 'ਤੇ ਹਾਂ। ਸ਼ਹਿਜ਼ਾਦ ਨਾਜ਼ਿਰ ਖਾਨ ਮੇਰਾ ਨਾਮ ਹੈ। ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਸ ਨਾਲ ਮੇਰਾ ਤਾਲੁਕ। ਮੇਰੇ ਸੱਜੇ ਪਾਸੇ ਬੈਠੇ ਨੇ ਕਮਲ ਥਿੰਦ ਭਾਜੀ, ਜਿਨ੍ਹਾਂ ਨੂੰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਹੋ। ਪ੍ਰੋਗਰਾਮ ਮਹਿਕ ਪੰਜਾਬ ਦੀ ਵੱਲੋਂ ਇਹਨਾਂ ਨੇ ਬਹੁਤ ਅਰਸੇ ਤੋਂ ਕਮਿਊਨਿਟੀ ਦੀ ਇਹ ਸੇਵਾ ਕਰ ਰਹੇ ਨੇ। ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਇੱਕ ਵੈਬਸਾਈਟ ਵੀ ਸ਼ੁਰੂ ਕੀਤੀ ਹੈ punjabikalma.com, ਔਰ ਉਹਦੇ ਨਾਲ ਨਾਲ ਜਿਹੜੀ ਉਹਨਾਂ ਨੇ ਆਨਲਾਈਨ ਪਟੀਸ਼ਨ ਇੱਕ ਸ਼ੁਰੂ ਕੀਤੀ ਸੀ, ਅਸੀਂ ਉਹਦੇ ਬਾਰੇ 'ਚ ਵੀ ਗੱਲ ਕਰਾਂਗੇ। ਜਿਹੜੀ ਜਲਿਆਂਵਾਲਾ ਬਾਗ ਦੇ ਕਾਂਡ ਦੇ ਸਿਲਸਿਲੇ ਦੇ ਵਿੱਚ ਇੱਕ ਰਿਕੁਐਸਟ ਸੀ, ਇੱਕ ਆਵਾਜ਼ ਸੀ ਕਿ ਜਿਹੜੀ ਸਾਡੀ ਬ੍ਰਿਟਿਸ਼ ਗੌਰਮੈਂਟ ਹੈ ਉਸ ਗੱਲ ਦੇ ਉੱਤੇ ਮਾਫੀ ਮੰਗੇ ਕਿ ਜਿਹੜਾ ਐਡਾ ਵੱਡਾ ਕਾਂਡ ਕੀਤਾ ਸੀ ਅੱਜ ਕੋਲ ਇਤਨੇ ਸਾਲ ਪਹਿਲੇ। ਸਾਡੇ ਖੱਬੇ ਸਾਈਡ ਦੇ ਉੱਤੇ ਗੁਰਪ੍ਰੀਤ ਸਿੰਘ ਬੈਠੇ ਨੇ। ਗੁਰਪ੍ਰੀਤ ਸਿੰਘ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੈਗੇ। ਰੇਡੀਓ ਇੰਡੀਆ ਦੇ ਨਾਲ ਇਹਨਾਂ ਦਾ ਤਾਲੁਕ, ਔਰ ਕਮਿਊਨਿਟੀ ਦੇ ਹੱਕਾਂ ਦੇ ਵਿੱਚ ਜਿਤਨੀਆਂ ਵੀ ਗੱਲਾਂ ਹੋ ਸਕਦੀਆਂ ਨੇ ਪ੍ਰੋਗਰੈਸਿਵ ਵਿਚਾਰ ਦੇ ਹਿਸਾਬ ਨਾਲ, ਕਮਿਊਨਿਟੀ ਦੇ ਜਿਹੜੇ ਪੱਖ ਨੇ ਉਹਨਾਂ ਨੂੰ ਆਲਾ ਹਲਕਿਆਂ ਤੱਕ ਪਹੁੰਚਾਉਣ ਦੇ ਵਾਸਤੇ ਗੁਰਪ੍ਰੀਤ ਸਿੰਘ ਦਾ ਨਾਂ ਕਿਸੇ ਤਾਰਫ ਦਾ ਮੁਹਤਾਜ ਨਹੀਂ ਹੈਗਾ। ਅਤੇ ਮੈਂ ਵੈਲਕਮ ਕਰਨਾ ਵਾ ਗੁਰਪ੍ਰੀਤ ਸਿੰਘ ਹੋਣਾ ਨੂੰ ਔਰ ਕਮਲਜੀਤ ਥਿੰਦ ਹੋਣਾ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕਮਲਜੀਤ ਥਿੰਦ ਸਾਹਿਬ, ਤੁਹਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਏ ਆ ਔਰ ਅਸੀਂ ਉਹਨੂੰ ਵੈਲਕਮ ਕਰਨੇ ਆ। ਅਤੇ ਗੱਲ ਸ਼ੁਰੂ ਕਰਨੇ ਆ ਕਮਲਜੀਤ ਥਿੰਦ, ਤੁਸੀਂ ਬਹੁਤ ਅਰਸੇ ਤੋਂ, ਇੱਕ ਤਾਂ ਖੈਰ ਆਪਣਾ ਮਹਿਕ ਪੰਜਾਬ ਦੀ ਜਿਹੜਾ ਪ੍ਰੋਗਰਾਮ ਤੇ ਤੁਹਾਡਾ ਹੈ ਹੀ ਹੈ, ਤੁਸੀਂ ਜਲਿਆਂਵਾਲਾ ਬਾਗ ਦੇ ਸਿਲਸਿਲੇ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ, ਜਿਸ ਤਰ੍ਹਾਂ ਤੁਹਾਨੂੰ ਕਮਿਊਨਿਟੀ ਨੂੰ ਪਤਾ ਹੀ ਹੈ, ਅਸੀਂ ਹਰ ਸਾਲ ਮੋਮਬੱਤੀ ਮਾਰਚ ਦਾ ਆਯੋਜਨ ਕਰਨੇ ਆ, ਔਰ ਉਹਦੇ ਨਾਲ ਨਾਲ ਤੁਸੀਂ ਕਵੀ ਦਰਬਾਰ ਵੀ ਕਰਦੇ ਹੋ ਔਰ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਪੈਦਾ ਕਰ ਰਹੇ ਹੋ ਇਸ ਸਿਲਸਿਲੇ ਦੇ ਵਿੱਚ ਕਿ ਜਲਿਆਂਵਾਲਾ ਬਾਗ ਦੇ ਵਿੱਚ ਕੀ ਹੋਇਆ ਸੀ। ਔਰ ਤੁਸੀਂ ਉਹਦੇ 'ਤੇ ਆਨਲਾਈਨ ਪਟੀਸ਼ਨ ਦਾ ਵੀ ਇੱਕ ਸਿਲਸਿਲਾ ਸ਼ੁਰੂ ਕੀਤਾ। ਦਰਸ਼ਕਾਂ ਨੂੰ ਦੱਸੋ ਕਿ ਉਹਦਾ ਕੀ ਸਟੇਟਸ ਹੈ। ਪਿਛਲੇ ਦਿਨਾਂ ਦੇ ਵਿੱਚ ਡੇਵਿਡ ਕੈਮਰੋਨ ਗਏ ਸਨ ਇੰਡੀਆ ਦੇ ਦੌਰੇ ਦੇ ਉੱਤੇ। ਉਹਨਾਂ ਨੇ ਆਪਣੀ ਵਿਜ਼ਟਰ ਬੁੱਕ ਦੇ ਵਿੱਚ ਦੁੱਖ ਦਾ ਇਜ਼ਹਾਰ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਦੁੱਖ ਹੈ ਉਸ ਵਾਕਿਏ ਦੇ ਉੱਤੇ। ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਕਾਫੀ ਹੈ ਕਿ ਜਾਂ ਇਸ ਸਿਲਸਿਲੇ ਦੇ ਵਿੱਚ ਜਿਹੜੀ ਤੁਹਾਡੀ ਪਟੀਸ਼ਨ ਹੈ ਅਜੇ ਵੀ ਵੈਲਿਡ ਹੈ
ਔਰ ਕਮਿਊਨਿਟੀ ਨੂੰ ਉਹਦੇ ਤੇ ਹੋਰ ਵਰਕ ਕਰਨ ਦੀ ਲੋੜ ਹੈ? ਸਾਨੂੰ ਜ਼ਰਾ ਦੱਸੋ। ਬਿਲਕੁਲ ਜੀ, ਜਿਵੇਂ ਕਿ ਕੈਮਰੂਨ ਦਰਬਾਰ ਸਾਹਿਬ ਅੰਮ੍ਰਿਤਸਰ ਗਏ, ਉਸ ਤੋਂ ਬਾਅਦ ਜਲਿਆਂਵਾਲੇ ਬਾਗ ਤੇ ਗਏ। ਜਲਿਆਂਵਾਲਾ ਬਾਗ ਜਿਹੜਾ ਕਿ ਦਰਬਾਰ ਸਾਹਿਬ ਦੇ ਬਿਲਕੁਲ ਹੀ ਨਜ਼ਦੀਕ ਹੈਗਾ ਜੀ। ਔਰ ਇਹ ਗੱਲ ਵਧੀਆ ਹੈਗੀ ਹੈ ਕਿ ਉੱਥੇ ਗਏ, ਉਹਨਾਂ ਨੇ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਅਫਸੋਸ ਜ਼ਾਹਰ ਕੀਤਾ, ਪਰ ਇਹ ਇਨਫ ਨਹੀਂ ਹੈਗਾ। ਅਸੀਂ ਇਸ ਤੋਂ ਅੱਗੇ ਜਾਣਾ ਚਾਹੁੰਦੇ ਹੈਗੇ ਹਾਂ ਕਿ ਉਹ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਸ ਲਈ ਮਾਫੀ ਮੰਗੋ। ਤੇ ਇਸੇ ਲਈ ਅਸੀਂ ਜਿਹੜੀ ਇਹ ਪਟੀਸ਼ਨ ਆ ਕੋਈ 1.5 ਸਾਲ ਪਹਿਲਾਂ ਲਾਂਚ ਕੀਤੀ ਸੀਗੀ ਕਿ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈਗੀ ਆ ਉਹਨੂੰ ਆਪਦੀ ਪਾਰਲੀਮੈਂਟ ਦੇ ਵਿੱਚ ਇਸ ਲਈ ਅਫਸੋਸ ਜ਼ਾਹਰ ਕਰਨਾ ਚਾਹੀਦਾ ਹੈ। ਸਹੀ। ਤੇ ਉਹ ਤੁਸੀਂ ਆਨਲਾਈਨ ਪਟੀਸ਼ਨ ਦੇ ਉੱਤੇ ਕੀ ਰਿਸਪੌਂਸ ਆਇਆ ਜਦੋਂ ਤੁਸੀਂ ਉਹ ਲਾਂਚ ਕੀਤੀ ਸੀ? ਸਾਨੂੰ ਬਹੁਤ ਉਹਦਾ ਭਰਮਾ ਹੁੰਗਾਰਾ ਮਿਲਿਆ ਹੈਗਾ ਤੇ ਉਹ ਪਟੀਸ਼ਨ ਹਜੇ ਵੀ ਆਨਲਾਈਨ ਹੈਗੀ ਹੈ, ਉਹ ਚੱਲ ਰਹੀ ਹੈਗੀ ਆ ਔਰ ਉਦੋਂ ਤੱਕ ਚੱਲੂਗੀ ਜਦ ਤੱਕ ਬ੍ਰਿਟਿਸ਼ ਪਾਰਲੀਮੈਂਟ ਉਹ ਇਸ ਸਾਕੇ ਲਈ ਮਾਫੀ ਨਹੀਂ ਮੰਗ ਲੈਂਦੀ। ਤੇ ਅਸੀਂ ਲੋਕਾਂ ਨੂੰ ਇਸ ਲਈ ਅਵੇਅਰਨੈਸ ਦਿੰਦੇ ਰਵਾਂਗੇ ਤੇ ਸਾਡਾ ਇਹ ਮਕਸਦ ਹੈਗਾ ਕਿ ਜਦ ਤੱਕ ਉਹ ਇਸ ਸਾਕੇ ਲਈ ਮਾਫੀ ਨਹੀਂ ਮੰਗਦੇ ਤੇ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਤੇ ਕਮਲਜੀਤ ਭਾਜੀ, ਦਰਸ਼ਕ ਜਿਸ ਤਰ੍ਹਾਂ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਨੇ ਬਹੁਤ ਸਾਰੀ ਗਿਣਤੀ ਦੇ ਵਿੱਚ, ਤੁਸੀਂ ਉਹਨਾਂ ਨੂੰ ਜ਼ਰਾ ਦੱਸੋਗੇ ਉਸ ਆਪਣੀ ਪਟੀਸ਼ਨ ਵੈਬਸਾਈਟ ਕਿਹੜੀ ਦੇ ਉੱਤੇ ਹੈ, ਉਹਦਾ ਐਡਰੈਸ ਕੀ ਹੈ, ਔਰ ਤੁਸੀਂ ਉਹ ਬਹੁਤ ਹੀ ਸਿੰਪਲ ਇੱਕ ਪ੍ਰੋਸੈਸ ਹੋਏਗਾ ਉਸ ਆਨਲਾਈਨ ਪਟੀਸ਼ਨ ਦੇ ਉੱਤੇ ਆਪਣੇ ਸਾਈਨ ਕਰਨ ਦਾ, ਦਰਸ਼ਕਾਂ ਨਾਲ ਜ਼ਰਾ ਉਹ ਸਾਂਝਾ ਕਰ ਸਕਦੇ? ਹਾਂਜੀ, www.jallianwalabag.ca ਤੇ ਜਾ ਕੇ ਤੁਸੀਂ ਕੋਈ ਵੀ ਉੱਤੇ ਜਾ ਕੇ ਆਪਣੇ ਵੋਟ ਪਾ ਸਕਦਾ ਆ ਤੇ ਆਪਣੇ ਕਮੈਂਟਸ ਛੱਡ ਸਕਦਾ ਆ। ਔਰ ਵੋਟ ਹੈਗੀ ਆ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਾਂ ਨਹੀਂ, ਔਰ ਤੁਸੀਂ ਆਪਣਾ ਕੋਈ ਵੀ ਕਮੈਂਟ ਲਿਖ ਸਕਦੇ ਹੋਗੇ ਤੇ ਇਹ ਕਿਸੇ ਵੇਲੇ ਵੀ ਤੁਸੀਂ ਆਨਲਾਈਨ ਜਾ ਸਕਦੇ ਹੈਗੇ। ਮੈਂ ਤੇ ਇਹਦੇ ਨਾਲ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਸਾਡੇ ਜਿਹੜੇ ਸਾਊਥ ਏਸ਼ੀਅਨ ਭਾਈਚਾਰਾ ਹੈ ਉਹਦੇ ਵਿੱਚ ਭਾਵੇਂ ਮੁਸਲਮਾਨ ਨੇ, ਸਿੱਖ ਨੇ, ਈਸਾਈ ਨੇ, ਕ੍ਰਿਸਚਨ ਨੇ, ਇਹ ਸਾਡਾ ਇੱਕ ਉਹ ਦਰਦ ਸੀ ਜਿਹੜਾ ਸਾਡੇ ਪੁਰਖਾਂ ਨੇ ਸਾਰਿਆਂ ਨੇ ਸਾਂਝਾ ਜਿਹੜਾ ਹੈ ਉਹ ਦਰਦ ਮਹਿਸੂਸ ਕੀਤਾ। ਹੋ ਸਕਦਾ ਹੈ ਕਿ ਮੇਰੇ ਬਾਬਿਆਂ ਦੇ ਵਿੱਚੋਂ, ਕਮਲਜੀਤ ਦੇ ਬਾਬਿਆਂ ਦੇ ਵਿੱਚੋਂ, ਤੁਸੀਂ ਜਿਹੜਾ ਪ੍ਰੋਗਰਾਮ ਦੇਖ ਰਹੇ ਹੋ, ਤੁਹਾਡੇ ਪੁਰਖਾਂ ਦੇ ਵਿੱਚੋਂ ਕੋਈ ਨਾ ਕੋਈ ਬੰਦਾ ਉਸ ਘਟਨਾ ਦਾ ਜਿਹੜਾ ਹੈ ਉਹ ਸ਼ਿਕਾਰ ਹੋਇਆ ਹੋਵੇ। ਉਹ ਸਾਡਾ ਸਾਂਝਾ ਇੱਕ ਦੁੱਖ ਸੀ ਔਰ ਮੇਰਾ ਖਿਆਲ ਇਹ ਹੈ ਕਿ ਜਿਸ ਤਰ੍ਹਾਂ ਕਮਲਜੀਤ ਥਿੰਦ ਭਾਜੀ ਨੇ ਦੱਸਿਆ ਇਹਦੇ ਬਾਰੇ ਦੇ ਵਿੱਚ, ਉਸ ਸਾਂਝੇ ਦਰਦ ਨੂੰ ਅਸੀਂ ਸਾਂਝ ਪਾ ਕੇ ਅਸੀਂ ਇੱਕ ਬਹੁਤ ਵੱਡਾ ਹੁੰਕਾਰਾ ਦਈਏ, ਇੱਕ ਇਸ ਚੀਜ਼ ਦੇ ਉੱਤੇ ਐਕਟੀਵਿਟੀ ਸ਼ੋਅ ਕਰੀਏ ਕਿ ਬ੍ਰਿਟਿਸ਼ ਗਵਰਨਮੈਂਟ ਨੂੰ, ਕੈਨੇਡੀਅਨ ਗਵਰਨਮੈਂਟ ਨੂੰ ਔਰ ਇੱਥੋਂ ਦੀ ਮੇਨ ਸਟ੍ਰੀਮ ਮੀਡੀਆ ਤੱਕ ਇਹ ਗੱਲ ਪਹੁੰਚੇ ਕਿ ਸਾਊਥ ਏਸ਼ੀਅਨ ਭਾਈਚਾਰਾ ਜਿਸ ਤਰ੍ਹਾਂ 1919 ਦੇ ਵਿੱਚ ਸਾਰੇ ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਵਾਸਤੇ ਖੜੇ ਹੋਏ ਸਨ, ਅੱਜ 2013 ਦੇ ਵਿੱਚ ਵੀ ਉਹ ਸਾਰੇ ਲੋਕ ਇਕੱਠੇ ਖੜੇ ਨੇ ਔਰ ਆਪਣੇ ਆਪ ਨੂੰ ਉਸ ਘਟਨਾ ਦੇ ਨਾਲ ਜੋੜ ਕੇ ਡਿਮਾਂਡ ਕਰ ਰਹੇ ਨੇ, ਮੰਗ ਕਰ ਰਹੇ ਨੇ ਬ੍ਰਿਟਿਸ਼ ਗਵਰਨਮੈਂਟ ਤੋਂ, ਮੇਨ ਸਟ੍ਰੀਮ ਮੀਡੀਆ ਤੋਂ, ਕੈਨੇਡੀਅਨ ਗਵਰਨਮੈਂਟ ਤੋਂ ਵੀ ਕਿ ਸਾਰੇ ਰਲ ਕੇ ਸਾਡੀ ਇਸ ਆਵਾਜ਼ ਨੂੰ ਉੱਥੇ ਤੀਕਰ ਪਹੁੰਚਾਉਣ ਕਿ ਉਸ ਘਟਨਾ ਦੇ ਵੱਲੋਂ ਮਾਫੀ ਮੰਗੀ ਜਾਵੇ। ਕਮਲਜੀਤ ਥਿੰਦ ਭਾਜੀ, ਤੁਸੀਂ ਇਹਦੇ ਵਿੱਚ ਹੋਰ ਕੁਝ ਕਹਿਣਾ ਚਾਹੋ? ਨਹੀਂ, ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਜੋ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਆ ਤੇ ਉਹ ਜ਼ਰੂਰ ਆਨਲਾਈਨ ਜਾ ਕੇ ਇਸ ਪਟੀਸ਼ਨ ਤੇ ਆਪਣੀ ਵੋਟ ਪਾਉਣ ਤੇ ਕਮੈਂਟ ਕਰਨ। ਬਹੁਤ ਸ਼ੁਕਰੀਆ ਕਮਲਜੀਤ ਥਿੰਦ ਭਾਜੀ ਜੀ। ਗੁਰਪ੍ਰੀਤ ਸਿੰਘ ਨੂੰ ਅਸੀਂ ਖੁਸ਼ਾਮਦੀਦ ਕਹਿੰਦੇ ਆ ਔਰ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਜਲਿਆਂਵਾਲਾ ਬਾਗ ਦੇ ਬਾਰੇ ਵਿੱਚ, ਵਿਸਾਖੀ ਦੇ ਤਿਉਹਾਰ ਦੇ ਬਾਰੇ ਵਿੱਚ, ਕੈਨੇਡੀਅਨ ਗਵਰਨਮੈਂਟ ਨੇ ਇਸ ਕੁਈਨ ਦੀ ਗੋਲਡਨ ਜੁਬਲੀ ਦੀ ਤਕਰੀਬਾਤ ਦੇ ਸਿਲਸਿਲੇ ਦੇ ਵਿੱਚ ਇੱਕ ਕੁਈਨ ਜੁਬਲੀ ਮੈਡਲ ਦਾ ਐਲਾਨ ਕੀਤਾ ਸੀ ਤੇ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ ਔਰ ਗੁਰਪ੍ਰੀਤ ਸਿੰਘ ਕਮਿਊਨਿਟੀ ਦੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਇਸ ਅਵਾਰਡ ਨੂੰ ਲੈਣ ਤੋਂ ਇਨਕਾਰ ਕੀਤਾ। ਆਓ ਅਸੀਂ ਗੁਰਪ੍ਰੀਤ ਸਿੰਘ ਨਾਲ ਗੱਲ ਕਰਨੇ ਹਾਂ ਕਿ ਉਹਦੀਆਂ ਕੀ ਵਜੂਹਾਤ ਸਨ, ਕਿਹਨਾਂ ਗੱਲਾਂ ਦੀ ਬੇਸ ਦੇ ਉੱਤੇ ਉਹਨਾਂ ਨੇ ਇਸ ਮਾਨ ਸੰਸਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ। ਗੁਰਪ੍ਰੀਤ, ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਗੇਨ ਨਿੱਘੀ ਜੈ ਆਇਆਂ ਨੂੰ, ਤੇ ਤੁਸੀਂ ਦੱਸੋਗੇ ਇਹਦੇ ਬਾਰੇ ਕਿ ਕਿਸ ਤਰ੍ਹਾਂ ਤੁਸੀਂ ਇਸ ਗੱਲ ਨੂੰ ਲਿਆ ਕਿ ਤੁਹਾਨੂੰ ਇੱਕ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਔਰ ਤੁਸੀਂ ਉਹਨੂੰ ਕਿਹਾ ਕਿ ਮੈਂ ਵਾਪਸ ਕਰਨਾ ਵਾ, ਉਹ ਕਿਹੜੀਆਂ ਵਜੂਹਾਤ ਸਨ, ਕਿਹੜੀਆਂ ਰੀਜ਼ਨ ਸਨ ਜਿਹਦੀ ਬੇਸ ਤੇ ਤੁਸੀਂ ਐਲਾਨ ਕੀਤਾ? ਪਹਿਲੀ ਗੱਲ, ਛੋਟੀ ਜੀ ਕਲੈਰੀਫਿਕੇਸ਼ਨ, ਅਨਾਉਂਸਮੈਂਟ ਨਹੀਂ ਸੀ ਇਹ, ਜਿਹੜੀ ਮੈਂਬਰ ਪਾਰਲੀਮੈਂਟ ਹੈ ਜਿਨੀ ਸਿਮਸ, ਉਹਨਾਂ ਦੇ ਰਾਹੀਂ, ਕਾਮਨ ਦੋਸਤ ਦੇ ਰਾਹੀਂ ਪੇਸ਼ਕਸ਼ ਕੀਤੀ ਗਈ ਸੀ ਕਿ ਤੈਨੂੰ ਅਸੀਂ ਇਹ ਮੈਡਲ ਦਿਵਾਉਣਾ ਚਾਹੁੰਦੇ ਹਾਂ ਜੀ, ਕਿਉਂਕਿ ਜਿੰਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਥਰੂ ਇਹ ਮੈਡਲ ਦਿੱਤੇ ਜਾ ਰਹੇ ਨੇ ਜੀ। ਸੋ ਐਮਪੀ ਦੇ ਜਿਹੜੇ ਦਫ਼ਤਰ ਨੇ ਉਹ ਲੋਕਾਂ ਨੂੰ ਆਪਣੇ ਆਪਣੇ ਹਲਕਿਆਂ 'ਚ ਪਹੁੰਚ ਕਰ ਰਹੇ ਕਿ ਜਿਨ੍ਹਾਂ ਨੂੰ ਲੱਗਾ ਕਿ ਕਮਿਊਨਿਟੀ ਲਈ ਕੁਝ ਕੀਤਾ ਉਹਨਾਂ ਨੂੰ ਮੈਡਲ ਦਿਓ ਜੀ। ਸੋ ਇਸ ਤਰੀਕੇ ਨਾਲ ਜਿਨੀ ਸਿਮਸ ਦੇ ਮਤਲਬ ਤਰਫੋਂ ਇਹ ਪੇਸ਼ਕਸ਼ ਸੀਗੀ। ਸੋ ਮੈਂ ਕੋਰਾ ਹੀ ਨਾ ਕਰਦੀ ਸੀ ਕਿ ਮੈਂ ਲੈਣਾ ਨਹੀਂ ਚਾਹੁੰਦਾ ਔਰ ਆਪਣੇ ਮੈਂ ਕਾਰਨ ਦੱਸਦੇ ਸੀ। ਉਹਨਾਂ ਵਿੱਚ ਇੱਕ ਕਾਰਨ ਇਹ ਵੀ ਸੀ ਕਿ ਜਿਹੜੀ ਮਹਾਰਾਣੀ ਜਦੋਂ ਅੰਮ੍ਰਿਤਸਰ ਗਈ ਸੀ ਉਸ ਵੇਲੇ ਇਸਨੇ ਜਲਿਆਂਵਾਲੇ ਬਾਗ ਕਾਂਡ ਦੀ ਮਾਫੀ ਮੰਗਣ ਤੋਂ ਨਾ ਕੀਤੀ ਸੀ। ਉਸ ਸਮੇਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਵੱਲੋਂ ਮੁਹਿੰਮ ਚਲਾਈ ਗਈ ਸੀ ਪੰਜਾਬ 'ਚ ਕਿ ਮਹਾਰਾਣੀ ਆ ਰਹੀ ਹੈ, ਜਲਿਆਂਵਾਲੇ ਬਾਗ ਦੇ ਸਾਕੇ ਲਈ ਮਾਫੀ ਮੰਗੇ, ਪਛਤਾਵਾ ਕਰੇ।
ਪਰ ਉਸਨੇ ਬਿਲਕੁਲ ਨਾ ਕੀਤੀ। ਜਲਿਆਂਵਾਲੇ ਬਾਗ ਵਿੱਚ ਵੀ ਗਈ, ਵਿਜ਼ਟਰ ਬੁੱਕ 'ਤੇ ਉਸਨੇ ਆਪਣਾ ਨਾਂ ਵੀ ਲਿਖਿਆ, ਦਰਜ ਕਰਾਇਆ, ਪਰ ਉਸਨੇ ਮਾਫੀ ਨਹੀਂ ਮੰਗੀ ਜੀ। ਸੋ ਇੱਕ ਵਿਰੋਧ ਕਰਨ ਦਾ ਕਾਰਨ ਇਹ ਵੀ ਸੀ। ਕਾਰਨ ਹੋਰ ਵੀ ਸੀਗੇ, ਜਿਵੇਂ ਇੱਥੇ ਮੂਲ ਨਿਵਾਸੀਆਂ ਦੀ ਜਿਹੜਾ ਸੰਘਰਸ਼ ਚੱਲ ਰਿਹਾ, ਉਹਦੇ ਵਿੱਚ ਮਹਾਰਾਣੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਤੋਂ ਮਿਲਣ ਤੋਂ ਇਨਕਾਰੀ ਸੀ ਜੀ। ਉਸ ਤੋਂ ਇਲਾਵਾ ਜਿਹੜੀ ਇੱਥੇ ਮੋਨਾਰਕੀ ਹੈ ਉਸ ਦਾ ਦਖਲ, ਇਹ ਆਪਣੇ ਆਪ 'ਚ ਇਤਰਾਜ਼ਯੋਗ ਹੈ। ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜਾ ਦਖਲ ਹੈ, ਬਿਲਕੁਲ। ਇੱਥੇ ਇੱਕ ਸੈਗਮੈਂਟ ਹੈ ਜਿਹੜਾ ਕਹਿ ਰਿਹਾ ਕਿ ਸਾਨੂੰ ਮਹਾਰਾਣੀ ਦੀ ਥਾਂ ਤੇ ਚੁਣਿਆ ਹੋਇਆ ਇੱਕ ਕਨਸਟੀਟਿਊਸ਼ਨਲ ਹੈਡ ਚਾਹੀਦਾ, ਕਿਉਂਕਿ ਉਹ ਮੋਨਾਰਕੀ ਵਾਲੇ ਦਿਨ ਗਏ ਜੀ। ਉਸ ਦੇ ਬਾਵਜੂਦ ਵੀ ਦਸਤੂਰ ਚੱਲ ਰਿਹਾ, ਮੈਂ ਉਸ ਦਸਤੂਰ ਦੇ ਉਲਟਾ। ਉਸ ਤੋਂ ਇਲਾਵਾ ਇੱਕ ਕਾਰਨ ਹੋਰ ਸੀ ਕਿ ਇੱਕ ਭਾਰਤੀ ਮੂਲ ਦੀ ਨਰਸ ਸੀ ਜਿਸਨੇ ਪਿੱਛੇ ਜੇ ਖੁਦਕੁਸ਼ੀ ਕੀਤੀ, ਕਿਉਂਕਿ ਉਸ ਤੇ ਦੋਸ਼ ਲਾਇਆ ਗਿਆ ਕਿ ਉਸਨੇ ਕੇਟ ਦੀ ਗਰਭਵਤੀ ਹੋਣ ਦਾ ਸਮਾਚਾਰ ਲੀਕ ਕੀਤਾ ਜੀ। ਸੋ ਇਹ ਕੁਝ ਕਾਰਨ ਸੀ ਜਿਹਦੇ ਕਰਕੇ ਮੈਂ ਉਹਨਾਂ ਨੂੰ ਸਾਫ਼ ਕਹਿਤਾ ਵੀ ਮੈਂ ਇਹ ਮੈਡਲ ਨਹੀਂ ਚਾਹੁੰਦਾ। ਪਰ ਮੈਂ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਨੂੰ ਮੈਡਲ ਮਿਲਿਆ ਕਮਿਊਨਿਟੀ ਦੇ ਚੰਗੇ ਕੰਮਾਂ ਲਈ, ਉਹਨਾਂ ਨਾਲ ਮੇਰੀ ਕੋਈ ਲੜਾਈ ਨਹੀਂ। ਜਿਨੀ ਸਿਮਸ ਬਜ਼ਾਤੇ ਖੁਦ ਇੱਕ ਚੰਗੀ ਮਨੁੱਖਤਾਵਾਦੀ ਸਿਆਸਤਦਾਨ ਹੈ, ਉਸ ਦੇ ਨਾਲ ਮੇਰੀ ਕੋਈ ਲੜਾਈ ਨਹੀਂ। ਬਿਲਕੁਲ। ਸੋ ਮੈਂ ਧੰਨਵਾਦੀ ਹਾਂ ਉਸਦਾ ਕਿ ਉਸਨੇ ਮੇਰੇ ਬਾਰੇ ਸੋਚਿਆ। ਪਰ ਇਹ ਜ਼ਰੂਰ ਹੈ ਕਿ ਜਿਹੜੇ ਲੋਕ ਮੈਡਲ ਲੈ ਰਹੇ ਨੇ ਉਹਨਾਂ ਬਾਰੇ ਮੈਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਉਹਨਾਂ ਵਿੱਚ ਕੁਝ ਚੰਗੇ ਲੋਕ ਵੀ ਨੇ ਜਿਨ੍ਹਾਂ ਨੇ ਸਮਾਜ ਲਈ ਚੰਗਾ ਕੰਮ ਕੀਤਾ, ਉਹਨਾਂ ਨੂੰ ਵੈਸੇ ਹੀ ਸਨਮਾਨ ਮਿਲਣਾ ਚਾਹੀਦਾ। ਜ਼ਰੂਰੀ ਨਹੀਂ ਕਿ ਮਹਾਰਾਣੀ ਦੇਵੇ ਜਾਂ ਮਹਾਰਾਜਾ ਦੇਵੇ, ਉਹਨਾਂ ਦੇ ਚੰਗੇ ਕੰਮਾਂ ਨੂੰ ਵੈਸੇ ਹੀ Acknowledge ਕਰਨਾ ਚਾਹੀਦਾ ਜੀ। ਪਰ ਮੇਰੇ ਆਪਣੇ ਜਿਹੜੇ ਕਾਰਨ ਸੀ ਉਹ ਮੈਂ ਤੁਹਾਨੂੰ ਦੱਸਦੇ, ਇਹੀ ਕਾਰਨ ਮੈਂ ਉਦੋਂ ਦੱਸੇ ਸੀ। ਔਰ ਮੈਂ ਇਕੱਲਾ ਨਹੀਂ ਹਾਂ, ਹੋਰ ਵੀ ਲੋਕ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਇਹਨੂੰ ਮੋੜਿਆ ਜਾਂ ਲੈਣ ਤੋਂ ਇਨਕਾਰ ਕੀਤਾ। ਉਸ ਵਿੱਚ ਸਾਡੇ ਆਪਣੇ ਭਾਈਚਾਰੇ ਦੀ ਫੌਜ਼ੀਆ ਰਫੀਕ ਹੈ, ਇੱਕ ਚਰਚਿਤ ਲੇਖਕ ਆ ਜੀ ਜੀ। ਉਹਨਾਂ ਨੇ ਉਹਨੂੰ ਮੋੜ ਦਿੱਤਾ, ਮਤਲਬ ਉਹਨਾਂ ਨੂੰ ਮਿਲਿਆ ਸੀ ਤੇ ਉਹਨਾਂ ਨੇ ਐਕਸੈਪਟ ਮਤਲਬ ਨਹੀਂ ਕੀਤਾ, ਉਹਨੂੰ ਰਿਜੈਕਟ ਕਰ ਦਿੱਤਾ ਜੀ। ਔਰ ਦੂਸਰੀ ਗੱਲ, ਮੇਰੇ ਕੇਸ 'ਚ ਤਾਂ ਸਿਰਫ ਨਾਮਜ਼ਦਗੀ ਦੀ ਗੱਲ ਚੱਲੀ ਸੀ। ਜੀ ਜੀ। ਬਾਕੀ ਹੋਰ ਵੀ ਲੋਕ ਨੇ, ਨਿਓਮੀ ਕਲਾਇਨ ਹੈ, ਹੋਰ ਵੀ ਚਰਚਿਤ ਲੋਕ ਨੇ ਜਿਨ੍ਹਾਂ ਨੇ ਇਹ ਸਟੈਂਡ ਲਏ। ਕੁਝ ਮੂਲ ਨਿਵਾਸੀ ਐਕਟਿਵਿਸਟ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜਾ ਇਹ ਮਹਾਰਾਣੀ ਦੇ ਜਿਹੜੇ ਮੈਡਲ ਵੰਡੇ ਜਾ ਰਹੇ, ਇੱਕ ਪਾਸੇ ਸਿਸਟਮ ਦੇ ਵਿੱਚ ਸੁਧਾਰ ਦੀ ਲੋੜ ਆ, ਉਹਦੀ ਗੱਲ ਨਹੀਂ ਹੋ ਰਹੀ ਜੀ। ਮੈਡਲ ਵੰਡੇ ਜਾ ਰਹੇ ਜੀ। ਸੋ ਇਸ ਕਰਕੇ ਉਹਨਾਂ ਲੋਕਾਂ ਨੇ ਜਿਹੜੇ ਆਪਣੇ ਅਸੂਲਾਂ ਦੇ ਉੱਤੇ ਪਹਿਰਾ ਦਿੰਦਿਆਂ ਸਾਰਾ ਕੁਝ ਕੀਤਾ। ਸੋ ਮੈਂ ਉਹਨਾਂ ਦੇ ਨਾਲ ਆ। ਮੈਂ ਇਹ ਨਹੀਂ ਸਮਝਦਾ ਕਿ ਵੀ ਮੈਂ ਕੋਈ ਨਵੀਂ ਗੱਲ ਕੀਤੀ ਆ। ਇਸ ਤੋਂ ਪਹਿਲਾਂ ਵੀ ਮਿਸਾਲਾਂ ਕਾਇਮ ਹੋ ਚੁੱਕੀਆਂ ਹਿੰਦੁਸਤਾਨ ਵਿੱਚ। ਪੀ ਸਾਈਨਾਥ ਇੱਕ ਬੜੇ ਵਧੀਆ ਪੱਤਰਕਾਰ ਨੇ, ਲੇਖਕ ਨੇ, ਉਹਨਾਂ ਨੇ ਸਰਕਾਰੀ ਇਨਾਮ ਮੋੜਿਆ। ਸੋ ਮਿਸਾਲਾਂ ਪਹਿਲਾਂ ਵੀ ਇਦਾਂ ਦੀਆਂ ਕਾਇਮ ਹੋ ਚੁੱਕੀਆਂ। ਸਹੀ। ਤੇ ਜਿਸ ਤਰ੍ਹਾਂ ਗੁਰਪ੍ਰੀਤ ਨੇ ਗੱਲ ਕੀਤੀ ਕਿ ਮੋਨਾਰਕੀ ਦੇ ਹਵਾਲੇ ਨਾਲ ਉਹ ਕਾਂਡ ਜੁੜਿਆ ਸੀ ਕਿ ਉਸ ਵੇਲੇ ਬ੍ਰਿਟਿਸ਼ ਰਾਜ ਦੀ ਗਵਰਨਮੈਂਟ ਸੀ ਜਿਸ ਵੇਲੇ ਜਲਿਆਂਵਾਲਾ ਬਾਗ ਦਾ ਕਾਂਡ ਹੋਇਆ ਸੀ। ਔਰ ਜਿਸ ਤਰ੍ਹਾਂ ਗੁਰਪ੍ਰੀਤ ਨੇ ਦੱਸਿਆ ਕਿ ਇਹਨਾਂ ਨੇ ਜਿਹੜੇ ਸਟੈਂਡਸ ਦੇ ਉੱਤੇ ਉਸ ਇਨਾਮ ਨੂੰ, ਉਸ ਨਾਮਜ਼ਦਗੀ ਨੂੰ ਰਿਫਿਊਜ਼ ਕਰਨ ਦਾ ਐਲਾਨ ਕੀਤਾ, ਉਹਦੇ ਵਿੱਚ ਵੀ ਉਸ ਮੋਨਾਰਕੀ ਦਾ ਅਮਲ ਦਖਲ ਸੀ। ਜਲਿਆਂਵਾਲਾ ਬਾਗ ਦੇ ਹਵਾਲੇ ਨਾਲ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਗੁਰਪ੍ਰੀਤ, ਕਿ ਉਹ ਕਿੰਨਾ ਵੱਡਾ ਇੱਕ ਦੁਖਦਾਇਕ ਹਾਦਸਾ ਸੀ ਔਰ ਕਿਸ ਤਰ੍ਹਾਂ ਉਹ ਇੱਕ ਸੈਕੂਲਰ ਇਸਤੇਮਾਲ ਸੀ ਆਪਣੇ ਹੱਕਾਂ ਵਾਸਤੇ ਲੋਕਾਂ ਦਾ, ਔਰ ਕਿਸ ਤਰ੍ਹਾਂ ਅੱਜ ਦੇ ਦੌਰ ਦੇ ਵਿੱਚ 2013 ਦੇ ਵਿੱਚ ਸਾਨੂੰ ਆਪਣੀਆਂ ਮਜ਼ਹਬੀ ਵਾਬਸਤਗੀਆਂ, ਆਪਣੇ ਜਿਹੜੇ ਐਥਨਿਕ ਸਾਡੇ ਬੈਕਗਰਾਉਂਡਸ ਨੇ, ਉਹਨਾਂ ਕੋਲੋਂ ਹਟ ਕੇ ਸਾਨੂੰ ਆਪਣੇ ਹੱਕਾਂ ਵਾਸਤੇ ਖੜੇ ਹੋਣ ਦੀ ਲੋੜ ਨਹੀਂ ਹੈਗੀ। ਤੁਸੀਂ ਇਹਦੇ ਬਾਰੇ ਵੀ ਕਮੈਂਟ ਕਰਨਾ ਚਾਹੋ? ਬਿਲਕੁਲ। ਹਿਸਟਰੀ ਨੂੰ ਯਾਦ ਕਰਨ ਦਾ ਮਕਸਦ ਹੀ ਇਹ ਹੁੰਦਾ, ਇਕੱਲਾ ਇਹ ਨਹੀਂ ਕਿ ਅਸੀਂ ਜਲਿਆਂਵਾਲੇ ਬਾਗ ਕਾਂਡ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂ ਉਹਨਾਂ ਦੀ ਮਾਫੀ ਮੰਗਵਾ ਲਈ ਤੇ ਮੈਟਰ ਖਤਮ ਹੋ ਗਿਆ। ਗੱਲ ਉੱਥੇ ਨਹੀਂ ਖਤਮ ਹੁੰਦੀ, ਗੱਲ ਅੱਗੇ ਤੁਰਨ ਦੀ ਵੀ ਹੈ। ਉਸ ਨਾਤੇ ਡੇਵਿਡ ਕੈਮਰਨ ਜਦੋਂ ਪਿੱਛੇ ਗਏ, ਉਹਨਾਂ ਨੇ ਵਿਜ਼ਟਰ ਬੁੱਕ ਤੇ ਘੱਟੋ ਘੱਟ ਲਿਖਿਆ ਕਿ ਭੁੱਲਣਯੋਗ ਨਹੀਂ ਸੀ ਜੀ। ਮੈਂ ਸਮਝਦਾ ਕਿ ਮਹਾਰਾਣੀ ਦੇ ਮੁਕਾਬਲੇ ਇੱਕ ਤਰੀਕੇ ਨਾਲ ਐਡਵਾਂਸਮੈਂਟ ਹੈ ਜੀ। ਬਟ ਉਹ ਆਪਣੇ ਆਪ 'ਚ ਨਾ ਕਾਫੀ ਹੈ। ਜੇ ਉਹ ਮਾਫੀ ਵੀ ਮੰਗ ਲੈਣ ਤਾਂ ਵੀ ਨਾ ਕਾਫੀ ਹੈ, ਕਿਉਂਕਿ ਸੁਧਾਰਾਂ ਦੀ ਗੱਲ ਹੋਣੀ ਚਾਹੀਦੀ। ਅੱਜ ਵੀ ਤੁਸੀਂ ਵੇਖ ਲਓ, ਬਰਤਾਨਵੀ ਹਕੂਮਤ ਸਾਮਰਾਜੀ ਜੰਗਾਂ ਵਿੱਚ ਬਿਲਕੁਲ ਸ਼ਾਮਲ ਆ। ਜਿਵੇਂ ਇਰਾਕ ਤੇ ਜਿਹੜਾ ਵੱਡਾ ਹਮਲਾ ਹੋਇਆ, ਬਰਤਾਨਵੀ ਹਕੂਮਤ ਉਸ ਦੇ ਵਿੱਚ ਸ਼ਾਮਲ ਸੀ। ਜੀ ਜੀ। ਇਹ ਅਫਗਾਨਿਸਤਾਨ ਦੀ ਜੰਗ ਦੇ ਵਿੱਚ ਬਿਲਕੁਲ ਅਜੇ ਵੀ ਸਾਰੇ ਉਸ ਵੇਲੇ ਉਸ ਦੇ ਵਿੱਚ ਸ਼ਾਮਲ ਨੇ। ਇੱਥੋਂ ਤੱਕ ਕਿ ਪ੍ਰਿੰਸ ਵੀ ਜਾ ਕੇ ਉਸ ਜੰਗ ਵਿੱਚ ਸ਼ਾਮਲ ਹੋ ਕੇ ਆਇਆ। ਸੋ ਜਿਹੜੀ ਕਲੋਨੀਅਲ ਵਾਰਸ, ਇੰਪੀਰੀਅਲਿਜ਼ਮ, ਸਾਮਰਾਜਵਾਦ ਅਜੇ ਵੀ ਅੱਜ ਵੀ ਚੁਣੌਤੀਆਂ ਨੇ। ਇਹ ਕੋਈ ਬੀਤੇ ਸਮੇਂ ਦੀ ਗੱਲ ਨਹੀਂ। ਬਿਲਕੁਲ। ਸਭ ਤੋਂ ਵੱਡੀ ਗੱਲ ਭਾਰਤ ਵਿੱਚ ਵੀ ਜੇ ਗੱਲ ਕਰਨੀ ਹੋਵੇ, ਜਿਹੜਾ ਜਲਿਆਂਵਾਲਾ ਬਾਗ ਸਰਕਾਰੀ ਇੱਕ ਜ਼ਬਰ ਦਾ ਇੱਕ ਨਮੂਨਾ ਸੀ। ਜੀ ਬਿਲਕੁਲ। ਉਹ ਉਸ ਵੇਲੇ ਦੀ ਗੱਲ ਹੈ ਜਦੋਂ ਭਾਰਤ ਦੇ ਉੱਪਰ ਬਰਤਾਨਵੀਆਂ ਦਾ ਕਬਜ਼ਾ ਸੀ। ਪਰ ਆਜ਼ਾਦ ਭਾਰਤ ਵਿੱਚ ਵੀ ਸਰਕਾਰੀ ਮਸ਼ੀਨਰੀ ਦੇ ਮਦਦ ਨਾਲ ਕਿਸ ਤਰੀਕੇ ਨਾਲ ਬੜੇ ਭਿਆਨਕ ਕਿਸਮ ਦੇ ਕਤਲੇਆਮ ਉੱਥੇ ਹੋਏ ਨੇ। ਇੱਥੋਂ ਤੱਕ ਕਿ ਜਿਹੜੇ ਪ੍ਰੋਟੈਸਟਰ ਨੇ ਭਾਰਤ ਵਿੱਚ, ਉਹਨਾਂ ਤੇ ਵੀ ਸਮੇਂ-ਸਮੇਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਰਹੀਆਂ ਨੇ, ਚਾਹੇ ਉਹ ਕਿਸਾਨ ਨੇ, ਚਾਹੇ ਉਹ ਬੇਜ਼ਮੀਨੇ ਕਿਸਾਨ ਨੇ, ਚਾਹੇ ਦਲਿਤ ਭਾਈਚਾਰੇ ਦੇ ਲੋਕ ਨੇ, ਚਾਹੇ ਆਦੀਵਾਸੀਆਂ ਦੇ ਇਕੱਠ ਨੇ। ਸੋ ਅੱਜ ਵੀ ਉਹ ਜ਼ੁਲਮ ਚੱਲ ਰਿਹਾ। ਸੋ ਮੈਂ ਸਮਝਦਾ ਕਿ ਇਹ ਜਿਹੜੀ ਜਲਿਆਂਵਾਲੇ ਬਾਗ ਦੇ ਲੋਕਾਂ ਦੀ ਜਿਹੜੀ ਸ਼ਹਾਦਤ ਸੀ, ਉਹਨਾਂ ਲੋਕਾਂ ਲਈ ਚਾਨਣ ਮੁਨਾਰਾ ਦਾ ਬਣ ਕੇ ਕੰਮ ਕਰ ਰਹੀ ਹੈ ਔਰ ਉਸ ਨੂੰ ਕਰਦੇ ਰਹਿਣਾ ਚਾਹੀਦਾ। ਬਹੁਤ ਸ਼ੁਕਰੀਆ ਗੁਰਪ੍ਰੀਤ, ਬਹੁਤ ਸ਼ੁਕਰੀਆ ਗੁਰਪ੍ਰੀਤ। ਜਿਸ ਤਰ੍ਹਾਂ ਗੁਰਪ੍ਰੀਤ ਨੇ ਗੱਲ ਕੀਤੀ, ਮੈਂ ਉਸੇ ਗੱਲ ਨੂੰ ਅੱਗੇ ਟੋਰਾਂਗਾ ਕਿ ਦੁਨੀਆ ਦੇ ਵਿੱਚ ਚਾਹੇ ਉਹ 1000 ਸਾਲ ਪਹਿਲੇ ਦੀ ਤਾਰੀਖ ਹੋਵੇ, ਸੈਂਕੜੇ ਸਾਲ ਪਹਿਲੇ ਦੀ ਤਾਰੀਖ ਹੋਵੇ, ਅੱਜ ਦੀ ਤਾਰੀਖ ਹੋਵੇ, ਦੁਨੀਆ ਦੇ ਵਿੱਚ ਦੋ ਤਬਕੇ ਨੇ। ਇੱਕ ਉਹ ਤਬਕਾ ਜਿਹੜਾ ਜ਼ੁਲਮ ਕਰ ਰਿਹਾ ਹੈ ਔਰ ਇੱਕ ਉਹ ਤਬਕਾ ਜਿਹੜਾ ਜ਼ੁਲਮ ਸਹਿ ਰਿਹਾ ਹੈ। ਤੇ ਸਾਨੂੰ ਉਹਨਾਂ ਤਬਕਿਆਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਜਿਹੜਾ ਜ਼ੁਲਮ ਸਹਿ ਰਿਹਾ ਹੈ, ਕਿ ਕੱਲ ਕਲਾ ਅਸੀਂ ਇਸ ਗੱਲ ਦੇ ਉੱਤੇ ਇਤਨੇ ਤਾਕਤਵਰ ਹੋ ਸਕੀਏ। ਉਹ ਸਾਰੇ ਤਬਕੇ ਜਿਹੜੇ ਜ਼ੁਲਮ ਸਹਿ ਰਹੇ ਨੇ,
ਕਿ ਅਸੀਂ ਜ਼ੁਲਮ ਕਰਨ ਵਾਲੇ ਦਾ ਹੱਥ ਰੋਕ ਸਕੀਏ। ਆਪਣੀ ਪੀਸਫੁਲ ਪ੍ਰੋਟੈਸਟ ਦੇ ਨਾਲ, ਪੀਸਫੁਲ ਆਵਾਜ਼ ਦੇ ਨਾਲ ਅਸੀਂ ਉਸ ਜ਼ੁਲਮ ਨੂੰ ਰੋਕ ਸਕੀਏ। ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਨੂੰ ਦੇਖਣ ਦਾ। ਔਰ ਅਗੇਨ ਮੈਂ ਉਹੀ ਕਹਾਂਗਾ ਕਿ jallianwala.bagh.ca ਤੇ ਜਾ ਕੇ ਤੁਸੀਂ ਆਪਣੀ ਆਵਾਜ਼, ਆਪਣੇ ਕਮੈਂਟਸ, ਆਪਣੀ ਪਟੀਸ਼ਨ ਦੇ ਉੱਤੇ ਆਪਣੇ ਸਾਈਨ ਜ਼ਰੂਰ ਕਰੋ ਕਿ ਜ਼ਿਆਦਾ ਕੋਲੋਂ ਜ਼ਿਆਦਾ ਅਗਰ ਉਹ ਲੋਕ ਸਾਈਨ ਕਰਨਗੇ, ਅਸੀਂ ਦੋਸਤ ਸਾਈਨ ਕਰਾਂਗੇ, ਤੇ ਉਹ ਆਵਾਜ਼ ਜਦੋਂ ਪਹੁੰਚੇਗੀ, ਪਾਰਲੀਮੈਂਟ ਤੱਕ ਪਹੁੰਚੇਗੀ, ਬਰਤਾਨੀਆ ਤੱਕ ਪਹੁੰਚੇਗੀ, ਗਲੋਬ ਤੱਕ ਪਹੁੰਚੇਗੀ, ਮੀਡੀਆ, ਮੇਨਸਟ੍ਰੀਮ ਮੀਡੀਆ ਤੱਕ ਪਹੁੰਚੇਗੀ, ਮੇਨਸਟ੍ਰੀਮ ਕਮਿਊਨਿਟੀ ਤੱਕ ਪਹੁੰਚੇਗੀ, ਤੇ ਸਾਡੀ ਆਵਾਜ਼ ਨੂੰ ਇੱਕ ਜਗ੍ਹਾ ਮਿਲੇਗੀ। ਔਰ ਉਸ ਆਵਾਜ਼ ਨੂੰ ਜਗ੍ਹਾ ਮਿਲੇਗੀ, ਉਹਨਾਂ ਮਜ਼ਲੂਮਾਂ ਨੂੰ ਜਗ੍ਹਾ ਮਿਲੇਗੀ, ਉਹਨਾਂ ਰੂਹਾਂ ਨੂੰ ਆਵਾਜ਼ ਮਿਲੇਗੀ ਜਿਹੜੀਆਂ ਰੂਹਾਂ ਅੱਜ ਕੋਲੋਂ ਬਹੁਤ ਸਾਲ ਪਹਿਲੇ ਉਸ ਜਲਿਆਂਵਾਲਾ ਬਾਗ ਦੇ ਉਸ ਬਾਗ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤ ਪਾਈ ਸੀ। ਬਹੁਤ ਸ਼ੁਕਰੀਆ।